ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਅੱਜ ਤੁਸੀਂ ਲੋਕਡਾਊਨ ਦੇ ਵਿਚਕਾਰ ਵੀ ਗੁਰਮਤਿ ਸਿਖਲਾਈ ਕੈਂਪ ਜਿਹੜਾ ਆਨਲਾਈਨ ਹੋ ਰਿਹਾ ਹੈ ਉਹਦੇ ਵਿੱਚ ਹਿੱਸਾ ਲੈਣ ਲਈ ਬੈਠੇ ਹੋ। ਮੈਂ ਵੀ ਖੁਸ਼ੀ ਮਹਿਸੂਸ ਕਰ ਰਿਹਾ। ਬੇਸ਼ੱਕ ਤੁਹਾਡੇ ਤੋਂ 1200 ਕਿਲੋਮੀਟਰ ਦੂਰ ਬੈਠਾ, ਪਰ ਮੌਕਾ ਮਿਲਿਆ ਹੈ ਕਿ ਵਿਚਾਰ ਜਿਹੜਾ ਹੈ ਆਪ ਜੀ ਨਾਲ ਸਾਂਝੇ ਕਰਾਂ। ਤੁਸੀਂ ਇਤਿਹਾਸ ਵਿੱਚ ਸੁਣਿਆ ਹੋਣਾ ਹੈ, BC ਵਰਡ ਆਉਂਦਾ ਜੇ ਤੁਸੀਂ ਹਿਸਟਰੀ ਪੜ੍ਹੀ ਹੈ, ਕਹਿੰਦੇ ਬਿਫੋਰ ਕ੍ਰਾਈਸਟ। ਇੱਕ ਈਰਾ ਸੀ ਕ੍ਰਾਈਸਟ ਤੋਂ ਪਹਿਲਾਂ, ਇੱਕ ਉਸ ਤੋਂ ਬਾਅਦ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਹੁਣ COVID-19 ਜਿਹੜਾ ਹੈ ਆਇਆ ਹੈ, ਇਹਨੂੰ ਆਪਾਂ ਇਸ ਤੋਂ ਘਬਰਾਈਏ ਨਾ, ਇਹਨੂੰ ਪੋਜ਼ੀਟਿਵਲੀ ਲਈਏ। ਰੱਬ ਦਾ ਭਾਣਾ ਮਿਲੀਏ, ਤੇਰਾ ਭਾਣਾ ਮਿੱਠਾ ਲੱਗੇ। ਜੋ ਰੱਬ ਕਰਦਾ ਹੈ ਉਹ ਚੰਗਾ ਕਰਦਾ ਹੈ। ਬੇਸ਼ੱਕ ਇਕਨੋਮਿਕਲੀ ਜਾਂ ਕੁਛ ਹੋਰ ਮੌਤਾਂ ਵੀ ਹੋ ਰਹੀਆਂ ਬੜੀਆਂ ਸਾਰੀਆਂ, ਪਰ ਸਾਡੀ ਧਰਤੀ ਦੀ ਡਿਫਾਲਟ ਸੈਟਿੰਗ ਵੀ ਜਿਹੜੀ ਹੈ ਉਹ ਦੁਬਾਰਾ ਹੋ ਰਹੀ ਹੈ। ਨਦੀਆਂ ਨਾਲੇ ਜਿਹੜੇ ਨੇ ਸਾਫ਼ ਨਹੀਂ ਸੀ ਹੋ ਰਹੇ, ਉਹ ਆਟੋਮੈਟਿਕਲੀ ਜਿਹੜਾ ਹੈ ਹੁਣ ਸਾਫ਼ ਹੋ ਗਏ ਨੇ। ਪਹਿਲੇ ਕਰੋੜਾਂ ਰੁਪਏ ਦੇ ਬਜਟ ਨਾਲ ਵੀ ਸਾਫ਼ ਨਹੀਂ ਸੀ ਹੋ ਰਹੇ। ਸਾਡੀ ਪੋਲਿਊਸ਼ਨ ਜਿਹੜੀ ਹੈ ਖਤਮ ਹੋਣੀ ਚਾਹੀਦੀ ਹੈ, ਹੋ ਰਹੀ ਹੈ। ਐਨਵਾਇਰਨਮੈਂਟ ਸਾਡਾ ਕਿੰਨਾ ਸਾਫ਼ ਸੁਥਰਾ ਹੋ ਰਿਹਾ। ਇਹ ਰੱਬ ਦਾ ਭਾਣਾ ਹੈ, ਉਹਨੇ ਕੁਛ ਸੋਚ ਸਮਝ ਕੇ ਜਿਹੜਾ ਹੈ ਕੀਤਾ ਹੈ। ਤੇ ਇਹ ਇੱਕ ਇਸ ਤੋਂ ਬਾਅਦ ਰੈਵੋਲੂਸ਼ਨ ਵੀ ਆਉਣਾ ਹੈ। ਸਾਡੀ ਐਜੂਕੇਸ਼ਨ ਦੀ ਚੇਂਜਿਸ ਆਉਣਗੇ, ਟੈਕਨੋਲੋਜੀ ਦੇ ਥਰੂ ਬੜੇ ਸਾਰੇ ਚੇਂਜਿਸ ਆਉਣਗੇ, ਲਾਈਫ ਸਟਾਈਲ ਸਾਡਾ ਚੇਂਜ ਹੋਏਗਾ। ਇਹ ਸਾਨੂੰ ਦੇਖਣਾ ਪਏਗਾ। ਜਦੋਂ ਸੰਨ 1469 ਦੇ ਵਿਚਕਾਰ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਤੇ ਉਸ ਤੋਂ ਬਾਅਦ ਵੀ ਜਿਹੜਾ ਹੈ ਸਮਾਜ ਦੇ ਵਿਚਕਾਰ ਵਿਚਾਰਧਾਰਾ ਦੇ ਰੂਪ ਵਿੱਚ ਬੜੇ ਸਾਰੇ ਚੇਂਜਿਸ ਜਿਹੜਾ ਹੈ ਆਏ, ਬੜੇ ਸਾਰੇ ਬਦਲਾਵ ਜਿਹੜਾ ਹੈ ਉਸ ਵੇਲੇ ਵੀ ਹੋਏ ਸੀ। ਗੁਰੂ ਨਾਨਕ ਸਾਹਿਬ ਨੇ ਜਾਣ ਲਿਆ ਕਿ ਜਿੰਨੇ ਵੀ ਮਨੁੱਖ ਇਸ ਧਰਤੀ ਤੇ ਨੇ ਉਹ ਸਾਰੇ ਉਸ ਇੱਕੋ ਅਕਾਲ ਪੁਰਖ ਦੇ ਬੱਚੇ ਨੇ। ਇਸ ਕਰਕੇ ਉਹ ਸਾਰੇ ਆਪਸ 'ਚ ਭੈਣ ਭਰਾ ਨੇ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੂਣ ਭਲੇ ਹੋ ਮੰਦੇ। ਸਭ ਆਪਣੇ ਨੇ, ਏਕ ਪਿਤਾ ਏਕਸ ਕੇ ਹਮਾਰੇ। ਜਦੋਂ ਗੁਰੂ ਸਾਹਿਬ ਨੇ ਜਾਣ ਲਿਆ ਕਿ ਸਾਰੇ ਮੇਰੇ ਭੈਣ ਭਰਾ ਹੀ ਨੇ, ਫਿਰ ਉਹ ਆਪਣਾ ਪਰਿਵਾਰ ਦਾ ਖਾਲੀ ਖਿਆਲ ਨਹੀਂ ਕੀਤਾ। ਉਹ ਸਾਰੀ ਦੁਨੀਆ ਨੂੰ, ਸਾਰੀ ਲੋਕਾਈ ਨੂੰ ਤਾਰਨ ਲਈ, ਉਹਨਾਂ ਦੇ ਦੁੱਖ ਤਕਲੀਫਾਂ ਦੂਰ ਕਰਨ ਲਈ ਉਹ ਆਪਣੇ ਘਰ ਛੱਡ ਕੇ ਤੇ ਉਦਾਸੀਆਂ ਕਰਨ ਲਈ ਨਿਕਲ ਪਏ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਹੈ, ਮੈਨੂੰ ਅੱਜ ਵਿਸ਼ਾ ਜਿਹੜਾ ਮਿਲਿਆ ਕਿ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਗੱਲ ਕਰੀਏ। ਬੜੀਆਂ ਸਾਰੀਆਂ ਸਿੱਖਿਆਵਾਂ, ਸਾਰਾ ਦਿਨ ਵੀ ਲੱਗੇ ਰਹੀ, ਖਤਮ ਨਹੀਂ ਹੁੰਦੀਆਂ ਇਹਦੀਆਂ ਸਿੱਖਿਆਵਾਂ ਦਿੱਤੀਆਂ। ਪਰ ਜਿਹੜਾ ਆਨਲਾਈਨ ਦਾ ਸਮਾਂ ਮੈਨੂੰ ਥੋੜ੍ਹਾ ਜਿਹਾ ਮਿਲਿਆ ਆਪ ਜੀ ਨਾਲ, ਕੁਝ ਸਿੱਖਿਆਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਕੁਝ ਸਾਖੀਆਂ ਦੇ ਰੂਪ ਵਿੱਚ ਵੀ ਕਰਾਂਗਾ। ਪਰ ਸਾਖੀਆਂ ਦਾ ਮਕਸਦ ਸਾਡਾ ਸੁਣਨ ਦਾ ਇਹ ਹੋਣਾ ਚਾਹੀਦਾ ਕਿ ਉਹ ਸਾਨੂੰ ਸਿੱਖਿਆ ਕੀ ਮਿਲਦੀ ਹੈ, ਤੇ ਦੂਜੀ ਗੱਲ ਉਸ ਤੋਂ ਸਿੱਖਿਆ ਲੈ ਕੇ ਆਪਾਂ ਆਪਣੀ ਲਾਈਫ ਦੇ ਵਿਚਕਾਰ ਪ੍ਰੈਕਟੀਕਲੀ ਇੰਪਲੀਮੈਂਟ ਕਰੀਏ, ਤਾਂ ਕਿ ਸਾਡੀ ਲਾਈਫ ਵੀ ਜਿਹੜੀ ਹੈ ਉਹ ਅਪਗ੍ਰੇਡ ਹੋ ਜਾਏਗੀ। ਆਪਾਂ ਸਾਰੇ ਮੋਬਾਈਲ ਯੂਜ਼ ਕਰਦੇ ਹਾਂ, ਉਹਦੇ ਵਿਚਕਾਰ ਥੋੜ੍ਹੇ ਦਿਨਾਂ ਬਾਅਦ ਸੌਫਟਵੇਅਰ ਦਾ ਅਪਡੇਸ਼ਨ ਦਾ ਜਿਹੜਾ ਨੋਟਿਸ ਆਉਂਦਾ ਹੈ। ਜੇ ਆਪਾਂ ਨਾ ਕਰੀਏ ਤਾਂ ਕੀ ਹੁੰਦਾ ਹੈ, ਸਾਡੇ ਫੋਨ ਹੈਂਗ ਹੋਣੇ ਸ਼ੁਰੂ ਹੋ ਜਾਂਦੇ ਨੇ, ਨਵੀਆਂ ਐਪਲੀਕੇਸ਼ਨ ਚੱਲਦੀਆਂ ਨੇ। ਇੱਦਾਂ ਜਦੋਂ ਨਵੀਆਂ ਸਾਖੀਆਂ ਸੁਣਦੇ ਹਾਂ, ਉਹ ਸਾਡੀ ਅਪਗ੍ਰੇਡੇਸ਼ਨ ਲਈ ਆਉਂਦੇ ਨੇ। ਜੇ ਅਸੀਂ ਉੱਥੋਂ ਕੁਛ ਸਿੱਖੀਏ ਨਾ, ਉਹਨੂੰ ਇੰਪਲੀਮੈਂਟ ਨਾ ਕਰੀਏ ਆਪਣੇ ਅੰਦਰ, ਤੇ ਸਾਡੀ ਲਾਈਫ ਦੇ ਸਕਿੱਲ ਦੇ ਵਿਚਕਾਰ ਜਿਹੜੀ ਹੈ ਉਹ ਆ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਜਿਹੜੀ ਪ੍ਰਚਲਿਤ ਜਿਹੜੀ ਗੱਲ ਸਾਰੇ ਪਾਸੇ ਚੱਲਦੀ ਹੈ ਕਿ ਇੱਕ ਸਾਨੂੰ ਜਿਹੜੀ ਸੰਦੇਸ਼ ਦਿੱਤਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਸਾਰੇ ਅਸੀਂ ਜਾਣਦੇ ਹਾਂ। ਜੇ ਖਾਲੀ ਸੀ ਆਈ ਆਪਣੀ ਲਾਈਫ ਦੇ ਵਿਚਕਾਰ ਇੰਪਲੀਮੈਂਟ ਕਰ ਦਈਏ ਤੇ ਸਾਡੀ ਲਾਈਫ ਆਟੋਮੈਟਿਕਲੀ ਜਿਹੜੀ ਹੈ ਉਹ ਚੇਂਜ ਹੋ ਜਾਏਗੀ। ਕਿਰਤ ਸੱਭਿਆਚਾਰ ਦੀ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਕਿ ਮਨੁੱਖ 10 ਨੂੰਹਾਂ ਦੀ ਕਿਰਤ ਕਰੇ, ਉਹ ਵੀ ਸੱਚੀ ਸੁੱਚੀ ਕਿਰਤ ਕਰੇ, ਬੇਈਮਾਨੀ ਦੀ ਨਾ ਹੋਏ। ਇਸੇ ਕਰਕੇ ਗੁਰੂ ਸਾਹਿਬ ਭਾਈ ਲਾਲੋ ਦੇ ਘਰ ਜਾ ਕੇ ਉਹਦਾ ਕੁੰਡਾ ਖੜਕਾਇਆ, ਉਹਦੇ ਘਰ ਰੁਕ ਕੇ ਉਹਦਾ ਪ੍ਰਸ਼ਾਦਾ ਛਕਿਆ ਤੇ ਮਲਕ ਭਾਗੋ ਦਾ ਨਹੀਂ ਛਕਿਆ। ਗੁਰੂ ਸਾਹਿਬ ਨੇ ਆਪ ਮੋਦੀ ਖਾਨੇ ਦੇ ਵਿਚਕਾਰ ਨੌਕਰੀ ਕੀਤੀ। ਫਿਰ ਜੀਵਨ ਦੇ ਅੰਤਲੇ ਸਮੇਂ ਉਦਾਸੀਆਂ ਕਰਨ ਤੋਂ ਆਉਣ ਤੋਂ ਬਾਅਦ 18 ਸਾਲ ਕਰਤਾਰਪੁਰ ਵਿਖੇ ਆਪ ਆਪਣੇ ਹੱਥੀਂ ਖੇਤੀ ਕੀਤੀ ਤੇ ਕਿਰਤ ਸੱਭਿਆਚਾਰ ਪ੍ਰਫੁੱਲਤ ਕੀਤਾ। ਗੁਰੂ ਸਾਹਿਬ ਨੇ ਹੁਕਮ ਕੀਤਾ ਗੁਰਬਾਣੀ ਦੇ ਰਾਹੀਂ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਮ ਪਛਾਣੇ ਸੇ। ਘਾਲ ਖਾਏ, ਹੁਣ ਘਾਲ ਤਾਂ ਸ਼ੁਰੂ ਕਰਤੀ, ਕਿਰਤ ਆਪਾਂ ਕਰਨੀ ਸ਼ੁਰੂ ਕਰਤੀ। ਤੁਸੀਂ ਐਜ਼ ਅ ਸਟੂਡੈਂਟ ਜਿਹੜੇ ਹੈ ਕਿਰਤ ਕਰ ਰਹੇ ਹੋ, ਲੋਕ ਤੁਹਾਡੇ ਮਾਪਿਓ ਤੁਹਾਡੇ ਲਈ ਕਿਰਤ ਕਰ ਰਹੇ ਨੇ। ਬੜਾ ਸਾਰਾ ਆਪਾਂ ਕੰਮ ਕਰ ਰਹੇ ਹਾਂ। ਸਟੂਡੈਂਟ ਵਜੋਂ ਤੁਸੀਂ ਮੇਰੇ ਕੋਲ ਬੱਚੇ 15 16 16 18 ਘੰਟੇ ਵੀ ਦਿਨ 'ਚ ਪੜ੍ਹਦੇ ਨੇ, ਉਹ ਆਪਣੀ ਕਿਰਤ ਕਰ ਰਹੇ ਨੇ।
ਉਹ ਵਧੀਆ ਜੌਬਸ ਲਈ, ਜੌਬ ਪੈਕੇਜਸ ਲਈ ਤੇ ਉਹਦੇ ਲਈ ਵਰਕ ਕਰ ਰਹੇ ਨੇ। ਜਾਂ ਵਰਕਿੰਗ ਕਿ ਤੁਹਾਡੀ ਚੱਲ ਰਹੀ ਹੈ। ਪਰ ਹੁਣ ਗੱਲ ਆਈ ਅਗਲੀ ਵੰਡ ਛਕਣ ਦੀ। ਕੁਛ ਹੱਥੋਂ ਦੇ ਦੀ ਗੱਲ ਜਿਹੜੀ ਹੈ ਵੀ ਹੱਥੋਂ ਦੇਣਾ ਵੀ ਹੈਗਾ, ਅਸੀਂ ਉਹ ਵੀ ਸਿੱਖੀਏ, ਉਹ ਵੀ ਇੰਪਲੀਮੈਂਟ ਕਰੀਏ। ਜੇ ਮੈਂ ਆਪਣੇ ਸਿੱਖ ਭਾਈਚਾਰੇ ਦੀ ਗੱਲ ਕਰੀਏ ਤੇ ਸਾਡੇ ਜਿਹੜਾ ਹੈ ਇਹ ਕੁਝ ਹੱਦ ਤੱਕ ਜਿਹੜਾ ਹੈ ਉਹ ਚੱਲਦਾ ਵੀ ਹੈ। ਸਾਨੂੰ ਦਸਵੰਧ ਕੱਢਣ ਦਾ ਹੁਕਮ ਹੈ, ਆਪਾਂ ਦਸਵੰਧ ਕੱਢਦੇ ਵੀ ਹਾਂ। ਪਰ ਦੇਖਿਆ ਗਿਆ ਥੋੜੇ ਲੈਵਲ ਤੇ ਦਸਵੰਧ ਕੱਢਦੇ ਹਾਂ, ਜੋ ਦਸਵੰਧ ਦਾ ਅਮਾਊਂਟ ਵੱਧ ਜਾਂਦਾ ਹੈ, ਵੱਡਾ ਹੋ ਜਾਂਦਾ ਹੈ, ਉਹਦੇ 'ਚ ਫਿਰ ਸਾਨੂੰ ਕੱਢਣ ਥੋੜ੍ਹਾ ਜਿਹਾ ਇਤਰਾਜ਼ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਬੜੇ ਗੁਰਮੁਖ ਵਡਭਾਗੀ ਜਨ ਵੀ ਹਨ ਜਿਹੜੇ ਕਿ ਆਪਣੀ ਕਿਰਤ ਕਮਾਈ ਦਾ ਬੜਾ ਸਾਰਾ ਦਸਵੰਧ ਕੱਢ ਕੇ ਪੰਥ ਦੀਆਂ ਬੜੀਆਂ ਵੱਡੀਆਂ ਸੇਵਾਵਾਂ ਕਰ ਰਹੇ ਹਨ। ਚਲੋ ਆਪਾਂ ਦਸਵੰਧ ਤੇ ਵਾਪਸ ਆਈਏ ਕਿ ਇੱਕ ਆਪਾਂ ਲੰਗਰ ਵਰਤਾਨ ਨੂੰ, ਛਕਾਉਣ ਨੂੰ ਜਿਹੜਾ ਹੈ ਆਪਾਂ ਸੇਵਾ ਨਾ ਸਮਝੀਏ, ਵੰਡ ਛਕਣਾ ਨਾ ਸਮਝੀਏ। ਇਹਨਾਂ ਅਸੀਂ ਹੋਰ ਚੀਜ਼ਾਂ ਐਡ ਹੁਣ ਕਰ ਰਹੇ ਹਾਂ। ਖਾਲਸਾ ਏਡ ਜਿਹੜੀ ਹੈ ਸਾਰੀ ਦੁਨੀਆ ਦੇ ਵਿਚਕਾਰ ਜਿਹੜੀ ਕੰਮ ਕਰ ਰਹੀ ਹੈ ਇਸ ਟਾਈਮ, ਸਿੱਖੀ ਦਾ ਨਾਮ ਉੱਚਾ ਕਰ ਰਹੀ ਹੈ। ਆਪਾਂ ਇਹਦੇ ਨਾਲ ਨਾਲ ਨੌਲੇਜ ਸ਼ੇਅਰਿੰਗ ਦੀ ਵੀ ਗੱਲ ਕਰੀਏ। ਆਪਾਂ ਇਹਦੇ ਨਾਲ ਜਿਹੜਾ ਹੈ ਆਪਣੇ ਟੈਲੈਂਟ ਦੇ ਸ਼ੇਅਰ ਦੀ ਵੀ ਗੱਲ ਕਰੀਏ। ਆਪਾਂ ਨੂੰ ਕਿੱਦਾਂ ਵਾ ਕਰ ਸਕਦੇ ਹਾਂ, ਸਾਡੇ ਸਾਥੀ ਨੇ ਕੋਈ ਜਿਹੜੇ ਨੀਡੀ ਨੇ ਉਹਨਾਂ ਨੂੰ ਅਸੀਂ ਆਪਣੀ ਬੁੱਕ ਸ਼ੇਅਰ ਕਰ ਸਕਦੇ ਹਾਂ, ਉਹਨਾਂ ਨੂੰ ਦੇ ਸਕਦੇ ਹਾਂ। ਕਲਾਸ ਪਾਸ ਆਊਟ ਹੋਣ ਤੋਂ ਬਾਅਦ ਆਪਣੀਆਂ ਬੁੱਕਸ ਕਿਸੇ ਹੋਰ ਬੱਚਿਆਂ ਲੋੜਵੰਦ ਨੂੰ ਦੇ ਦਈਏ ਆਪਾਂ ਅਤੇ ਉਹਦੇ ਨਾਲ ਸ਼ੇਅਰ ਕਰੀਏ। ਜਿਹੜੇ ਬੱਚੇ ਸਾਡੇ ਤੋਂ ਪੜ੍ਹਾਈ ਵਿੱਚ ਕਮਜ਼ੋਰ ਨੇ, ਸਮਝ ਨਹੀਂ ਪਾਉਂਦੇ, ਅਸੀਂ ਉਹਨਾਂ ਨੂੰ ਪੜ੍ਹਾਈਏ ਜਾਂ ਆਪਣੇ ਛੋਟੇ ਬੱਚਿਆਂ ਨੂੰ ਪੜ੍ਹਾਈਏ। ਇੱਦਾਂ ਆਪਾਂ ਬੜੀ ਸਾਰੀ ਸ਼ੇਅਰਿੰਗ ਕਰਕੇ ਹੋਰ ਵੀ ਬੜੇ ਸਾਰੇ ਤਰੀਕੇ ਨੇ ਜਦੋਂ ਆਪਾਂ ਆਪਣੇ ਸਮੇਂ ਦਾ ਦਸਵੰਧ ਵੀ ਕੱਢ ਕੇ ਜਿਹੜਾ ਹੈ ਉੱਥੇ ਆਪਾਂ ਸ਼ੇਅਰ ਕਰ ਸਕਦੇ ਹਾਂ। ਆਪਾਂ ਬਚਪਨ ਸਾਨੂੰ ਪੋਕਟ ਮਨੀ ਮਿਲਦੀ ਹੋਏਗੀ, ਆਪਾਂ ਆਪਣੇ ਘਰ ਪਿੱਗੀ ਬੈਂਕਸ ਲਗਾ ਲਈਏ, ਉਹ ਸਿਰਫ ਲਾਈਏ ਕਿ ਆਪਾਂ ਸੇਵਾ ਕਰਨ ਲਈ। ਜੋ ਸਾਨੂੰ ਪੋਕਟ ਮਨੀ ਮਿਲ ਰਹੀ ਹੈ ਉਹਦਾ ਦਸਵੰਧ ਆਪਾਂ ਕੱਢਣਾ ਸ਼ੁਰੂ ਕਰ ਦਈਏ। ਹੁਣ ਆਟੋਮੈਟਿਕਲੀ ਹੌਲੀ ਹੌਲੀ ਵਧਦਾ ਜਾਏਗਾ ਅਤੇ ਇਹ ਸਾਡਾ ਬੱਚਿਆਂ ਦਾ ਵੀ ਦਸਵੰਧ ਜਿਹੜਾ ਇਹਦੇ ਨਿਕਲਣਾ ਜਿਹੜਾ ਹੈ ਸ਼ੁਰੂ ਹੋ ਜਾਏਗਾ। ਅਗਲੀ ਗੱਲ ਆਉਂਦੀ ਨਾਮ ਜਪਣ ਦੀ। ਇਹ ਥੋੜ੍ਹੀ ਜਿਹੀ ਹੋਰ ਟਫ ਲੱਗਦੀ ਹੈ ਵੀ ਸਾਡੀ ਕੋਈ ਉਮਰ ਹੈ, ਜੇ ਬੱਚਿਆਂ ਦੀ ਗੱਲ ਕਰੀਏ ਵੀ ਨਾਮ ਜਪਣਾ ਹੈ, ਬਜ਼ੁਰਗ ਹੋਵਾਂਗੇ, ਵੱਡੇ ਹੋਵਾਂਗੇ, ਜਪ ਲਵਾਂਗੇ, ਸਾਡੇ ਕੋਲ ਸਮਾਂ ਹੀ ਨਹੀਂ। ਜਵਾਨੀ ਦੇ ਵਿਚਕਾਰ ਜਿਹੜਾ ਹੈ ਫਿਰ ਜੇ ਬੰਦਾ ਕਹਿੰਦਾ ਜੀ ਕੰਮ ਹੀ ਇੰਨੇ ਨੇ ਕਿੱਥੋਂ ਟਾਈਮ ਕੱਢੀਏ। ਪਰ ਬੱਚਿਓ, ਜੇ ਅਸੀਂ ਹੁਣ ਨਹੀਂ ਜਪਿਆ ਨਾ ਤੇ ਅਗਲੀ ਵਡੇਰੀ ਉਮਰ ਦੇ ਵਿਚਕਾਰ ਜਾ ਕੇ ਵੀ ਸਾਡੇ ਕੋਲ ਜਪਿਆ ਨਹੀਂ ਜਾਣਾ। ਜੇ ਉਹਦੀ ਆਦਤ ਪੱਕ ਜਾਏ ਨਾ, ਉਹੋ ਜਿਹੀ ਹੁੰਦੀ ਹੈ, ਫਿਰ ਤੇ ਸਾਡੇ ਸਰੀਰਾਂ ਨੇ ਸਾਥ ਛੱਡ ਦੇਣਾ ਹੈ। ਤੇ ਦੂਜੀ ਗੱਲ, ਉਮਰ ਦਾ ਕੀ ਪਤਾ ਕਿ ਕਦੋਂ ਜਿਹੜੀ ਹੈ ਕਿੰਨੀ ਕੁ ਲਿਖੀ ਹੈ, ਕਦੋਂ ਕਿਸੇ ਨੇ ਤੁਰ ਜਾਣਾ ਹੈ। ਜੇ ਅਸੀਂ ਹਰ ਪਲ ਨੂੰ ਅਖੀਰਲਾ ਪਲ ਸਮਝੀਏ ਤੇ ਵਾਹਿਗੁਰੂ ਸਾਨੂੰ ਆਪ ਜਿਹੜਾ ਹੈ ਚੇਤੇ ਆਏਗਾ। ਅਸੀਂ ਉਹਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ। ਸਵੇਰੇ ਸ਼ਾਮ ਜਿੱਥੇ ਨਾਮ ਜਪਦੇ ਹਾਂ ਜਪੀਏ, ਪਰ ਹਰ ਸਮੇਂ। ਮੈਂ ਐਗਜ਼ਾਮਪਲ ਦੀ ਗੱਲ ਕਰਦਾ ਬੱਚਿਆਂ ਦੀ ਕਿ ਜਦੋਂ ਸਵੇਰੇ ਉੱਠਦੇ ਹਾਂ ਆਪਾਂ ਗੱਲ ਕਰੀਏ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦੇ ਰਾਤ ਨਾਨਕ ਚਾਹੇ। ਆਪਾਂ ਸਵੇਰੇ ਉੱਠਦੇ ਸਾਰ ਬੈਠ ਕੇ ਅਰਦਾਸ ਕਰੀਏ। ਇਸ਼ਨਾਨ ਕਰਨ ਜਾਂਦੇ ਹਾਂ ਤੇ ਆਪਾਂ ਗੱਲ ਕਰੀਏ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਕਹੀਏ ਰੋਗਾ। ਜੇ ਕੁਝ ਛਕਣ ਲੱਗੇ ਹਾਂ ਤੇ ਆਪਾਂ ਧੰਨਵਾਦ ਕਰੀਏ, ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਕੰਮ ਨਾ। ਘਰੋਂ ਬਾਹਰ ਨਿਕਲਦੇ ਹਾਂ ਘਰ ਬਾਹਰ ਤੇਰਾ ਪ੍ਰਵਾਸਾ। ਕਿੰਨੀ ਔਖੀ ਗੱਲ ਹੈ। ਆਪਾਂ ਇਸ ਕਰਕੇ ਹਰ ਵੇਲੇ ਉਹਦਾ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹਾਂ, ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ, ਪਰਮਾਤਮਾ ਨੂੰ ਸਿਮਰਨ ਕਰ ਸਕਦੇ ਹਾਂ। ਉਹਦੇ 'ਚ ਇਹ ਮਤਲਬ ਨਹੀਂ ਹੈ ਕਿ ਆਪਾਂ ਚੌਂਕੜੀ ਮਾਰ ਕੇ ਬੈਠ ਕੇ ਅੱਖਾਂ ਮੀਟ ਕੇ ਕਰਨੀ ਹੈ। ਉਹ ਆਪਾਂ ਸਵੇਰੇ ਸ਼ਾਮ ਨੂੰ ਸਮਾਂ ਮਿਲੇ ਕਰ ਸਕਦੇ ਹਾਂ। ਪਰ ਹਰ ਵੇਲੇ ਉੱਠਦਿਆਂ ਬਹਿੰਦਿਆਂ ਚਲਦਿਆਂ ਫਿਰਦਿਆਂ ਆਪਾਂ ਉਸ ਪਰਮਾਤਮਾ ਦਾ ਨਾਮ ਸਿਮਰ ਸਕਦੇ ਹਾਂ, ਉਹਨੂੰ ਆਪਾਂ ਧਿਆ ਸਕਦੇ ਹਾਂ। ਅਤੇ ਇਹਨੂੰ ਆਪਣੀ ਲਾਈਫ ਦੇ ਵਿਚਕਾਰ ਜ਼ਰੂਰ ਇੰਪਲੀਮੈਂਟ ਕਰੀਏ। ਹੁਣ ਸਾਖੀਆਂ ਦੀ ਗੱਲ ਕਰੀਏ, ਤੁਸੀਂ ਹਰਿਦੁਆਰ ਦੀ ਸਾਖੀ ਗੁਰੂ ਸਾਹਿਬ ਦੀ ਸੁਣੀ ਹੁੰਦੀ ਹੈ। ਜਦੋਂ ਗੁਰੂ ਸਾਹਿਬ ਹਰਿਦੁਆਰ ਗਏ ਅਤੇ ਉਸ ਵੇਲੇ ਪਾਂਡੇ ਜਿਹੜੇ ਨੇ ਉਹ ਸੂਰਜ ਨੂੰ ਪਾਣੀ ਚੜਾ ਰਹੇ ਸਨ। ਗੁਰੂ ਸਾਹਿਬ ਨੇ ਪਾਣੀ ਜਿਹੜਾ ਹੈ ਉਹ ਪੰਜਾਬ ਆਪਣੇ ਖੇਤਾਂ ਨੂੰ ਪਾਣਾ ਸ਼ੁਰੂ ਕਰਤਾ। ਲੋਕ ਬੜੇ ਹੈਰਾਨ ਹੋਏ ਵੀ ਕੀ ਕਰਦੇ ਪਏ ਨੇ। ਅਤੇ ਗੁਰੂ ਸਾਹਿਬ ਨੂੰ ਉਸ ਵੇਲੇ ਸਮਝਾਇਆ ਸੀਗਾ, ਮੈਂ ਪੂਰੀ ਸਾਖੀ ਨਹੀਂ ਕਰ ਰਿਹਾ, ਕੋਈ ਸਮਾਂ ਥੋੜ੍ਹਾ ਹੈ, ਕਿ ਜੇ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਨਹੀਂ ਪਹੁੰਚ ਸਕਦਾ ਅਤੇ ਜੇ ਮੇਰਾ ਤੁਸੀਂ ਕਹਿੰਦੇ ਹੋ ਕਿ 400-500 ਮੀਲ ਨਹੀਂ ਪਹੁੰਚ ਸਕਦਾ, ਤੁਹਾਡਾ ਕਰੋੜਾਂ ਮੀਲ ਕਿੱਦਾਂ ਦੂਰ ਪਹੁੰਚ ਜਾਏਗਾ। ਅਤੇ ਸਿੱਖਣਾ ਕੀ ਅਸੀਂ ਇਸ 'ਚੋਂ ਸਿੱਖਿਆ ਕੀ ਮਿਲਦੀ ਹੈ ਕਿ ਜਿਹੜਾ ਸੂਰਜ ਹੈ ਅਤੇ ਉਹ ਗ੍ਰਹਿ ਨੇ, ਗ੍ਰਹਿ ਹੀ ਨੇ ਇੱਕ, ਰੱਬ ਨਹੀਂ ਨੇ ਜਿਨ੍ਹਾਂ ਦੀ ਆਪਾਂ ਪੂਜਾ ਕਰਨੀ ਹੈ। ਆਪਾਂ ਸਿਰਫ ਜਿਹੜਾ ਹੈ ਅਕਾਲ ਪੁਰਖ ਨੂੰ ਧਿਆਣਾ ਹੈ ਅਤੇ ਵਹਿਮਾਂ ਭਰਮਾਂ ਦੇ ਵਿਚਕਾਰ ਨਹੀਂ ਪੈਣਾ। ਅਗਲੀ ਗੱਲ ਕਰੀਏ ਕਿ ਗੁਰੂ ਸਾਹਿਬ ਮੱਕੇ ਦੇ ਗਏ, ਥੱਕੇ ਹਾਰੇ ਗਏ ਸੀ। ਗੁਰੂ ਸਾਹਿਬ ਉੱਥੇ ਜਾ ਕੇ ਆਰਾਮ ਕਰਨ ਲਈ ਲੇਟ ਗਏ, ਸੋ ਗਏ ਅਤੇ ਉਹਨਾਂ ਦੇ ਪੈਰ ਜਿਹੜਾ ਹੈ ਉਹ ਮੱਕੇ ਵੱਲ ਸਨ। ਜਦੋਂ ਕਾਜੀ ਨੇ ਦੇਖਿਆ ਅਤੇ ਉਹ ਬੜਾ ਗੁੱਸਾ ਹੋਇਆ ਕਿ ਇਹ ਕੌਣ ਕਾਫਰ ਆ ਗਿਆ ਜਿਹਨੇ ਕਿ ਪੈਰ
ਉਹ ਮੱਕੇ ਵੱਲ ਕਰਦੇ ਨੇ। ਉਹਨੇ ਜੋ ਗੁਰੂ ਸਾਹਿਬ ਨੂੰ ਆ ਕਿਹਾ, ਗੁਰੂ ਸਾਹਿਬ ਕਹਿੰਦੇ ਮੈਂ ਤੇ ਥੱਕਿਆ ਹੋਇਆ ਭਾਈ, ਤੈਨੂੰ ਜਦੋਂ ਰੱਬ ਨਜ਼ਰ ਨਹੀਂ ਆਉਂਦਾ ਮੇਰੇ ਪੈਰ ਉੱਧਰ ਕਰਦੇ। ਜਦੋਂ ਗੁਰੂ ਸਾਹਿਬ ਦੇ ਪੈਰ ਫੜ ਕੇ ਕਾਜੀ ਨੇ ਘੁਮਾਏ ਤੇ ਜਿੱਧਰ ਘੁਮਾਉਂਦਾ ਸੀ ਮੱਕਾ ਉਹਨੂੰ ਉੱਧਰ ਨਜ਼ਰ ਆਉਂਦਾ ਸੀਗਾ। ਬੜਾ ਹੈਰਾਨ ਹੋਇਆ, ਬੜਾ ਪਰੇਸ਼ਾਨ ਹੋਇਆ। ਹੁਣ ਅਸੀਂ ਇਸ ਗੱਲ 'ਚ ਨਾ ਪਈਏ ਕਿ ਮੱਕਾ ਘੁੰਮਿਆ ਸੀ, ਨਹੀਂ ਘੁੰਮਿਆ ਸੀ, ਜਾਂ ਕਿੱਦਾਂ ਹੋਇਆ ਸੀਗਾ। ਆਪਾਂ ਜਿਹੜੀ ਗੱਲ ਸਿੱਖਿਆ ਵੱਲ ਜਾਣਾ ਹੈ ਕਿ ਰੱਬ ਹਰ ਦਿਸ਼ਾ ਦੇ ਵਿਚਕਾਰ ਮੌਜੂਦ ਹੈ, ਹਰ ਥਾਂ ਤੇ ਮੌਜੂਦ ਹੈ, ਹਰ ਕਣ ਕਣ ਦੇ ਵਿਚਕਾਰ ਮੌਜੂਦ ਹੈ। ਜੇ ਸਾਨੂੰ ਇੰਨੀ ਗੱਲ ਸਮਝ ਲੱਗ ਜਾਵੇ ਕਿ ਹਰ ਜੀਵ ਦੇ ਵਿਚਕਾਰ, ਹਰ ਕਣ ਦੇ ਵਿਚਕਾਰ ਰੱਬ ਮੌਜੂਦ ਹੈ, ਤੇ ਆਪਾਂ ਕਿਸੇ ਨੂੰ ਬੁਰਾ ਭਲਾ ਕਵਾਂਗੇ ਨਹੀਂ, ਕਿਸੇ ਨਾਲ ਮਾੜਾ ਕਰਨ ਦੀ ਸੋਚਾਂਗੇ ਵੀ ਨਹੀਂ, ਕਿਉਂਕਿ ਅੱਗੇ ਸਾਨੂੰ ਰੱਬ ਨਜ਼ਰ ਆਏਗਾ। ਅਸੀਂ ਮਾੜਾ ਕੰਮ ਕਦੋਂ ਕਰਦੇ ਹਾਂ? ਮਾੜਾ ਕੰਮ ਅਸੀਂ ਉਦੋਂ ਹੀ ਕਰਦੇ ਹਾਂ ਨਾ ਜਦੋਂ ਅਸੀਂ ਦੇਖਦੇ ਹਾਂ ਵੀ ਸਾਨੂੰ ਕੋਈ ਦੇਖਦਾ ਨਹੀਂ ਪਿਆ। ਆਪਾਂ ਚੋਰੀ ਛੁਪੇ ਕਰਦੇ ਹਾਂ, ਬੰਦ ਕਮਰੇ 'ਚ ਕਰਦੇ ਹਾਂ, ਜਾਂ ਸਾਨੂੰ ਲੱਗਦਾ ਕਿ ਸਾਡੇ ਨਾਲ ਕੋਈ ਧਿਆਨ ਨਹੀਂ ਕਰ ਰਿਹਾ। ਪਰ ਜੇ ਸਾਨੂੰ ਧਿਆਨ ਹੋਵੇਗਾ ਕਿ ਰੱਬ ਸਾਨੂੰ ਹਰ ਵੇਲੇ ਦੇਖ ਰਿਹਾ ਹੈ, ਹਰ ਥਾਂ ਮੌਜੂਦ ਹੈ, ਇੱਥੇ ਸਾਡੇ ਨਾਲ ਹੀ ਮੌਜੂਦ ਹੈ, ਫਿਰ ਆਪਾਂ ਜਿਹੜਾ ਹੈ ਉਹ ਮਾੜਾ ਕੰਮ ਨਹੀਂ ਕਰਾਂਗੇ ਤੇ ਆਪਾਂ ਚੰਗੇ ਇਨਸਾਨ ਬਣ ਜਾਵਾਂਗੇ। ਦੂਜੀ ਗੱਲ ਮੈਂ ਹੋਰ ਵੀ ਗੱਲ ਕਰ ਦਵਾਂ, ਤੇ ਜਦੋਂ ਜੇ ਅਸੀਂ ਵਹਿਮ ਭਰਮ ਨਹੀਂ ਕਰਦੇ, ਹਰ ਦਿਸ਼ਾ 'ਚ ਰੱਬ ਮੌਜੂਦ ਹੈ, ਤੇ ਫਿਰ ਘਰ ਮਕਾਨ ਕੋਠੀ ਬਣਾਉਣ ਵੇਲੇ ਅਸੀਂ ਧਿਆਨ ਰੱਖੀਏ ਵੀ ਸਾਡੇ ਘਰ ਦੇ ਬੂਹੇ ਬਾਰੀਆਂ ਰੱਖਣ ਵੇਲੇ ਵਾਸਤੂ ਸ਼ਾਸਤਰ ਵਿੱਚ ਨਾ ਪੈਣ ਵੀ ਬੂਹਾ ਕਿੱਥੇ ਰੱਖਣਾ ਤੇ ਖਿੜਕੀ ਰੱਖਣੀ। ਜੇ ਅਸੀਂ ਇਹ ਮੰਨਦੇ ਹਾਂ ਤੇ ਇਹਦਾ ਮਤਲਬ ਫਿਰ ਆਪਾਂ ਰੱਬ ਨੂੰ ਹਾਜ਼ਰ ਨਾਜ਼ਰ ਹਰ ਥਾਂ ਹਰ ਦਿਸ਼ਾ ਵਿਚਕਾਰ ਨਹੀਂ ਜਾਣਦੇ। ਤੇ ਇਹ ਸਾਖੀਆਂ 'ਚੋਂ ਅਸੀਂ ਜਿਹੜਾ ਹੈ ਇੱਦਾਂ ਸਿੱਖਣਾ ਹੈ। ਚਲੋ ਗੁਰੂ ਸਾਹਿਬ ਨੇ ਕਹਿੰਦੇ ਚੰਗੇ ਬਣਨ ਦੀ ਜੁਗਤ ਵੀ ਸਾਨੂੰ ਦਿੱਤੀ ਹੈ ਵੀ ਚੰਗੇ ਕਿੱਦਾਂ ਬਣਨਾ ਹੈ, ਆਪਾਂ ਉਹਦੀ ਗੱਲ ਕਰ ਲਈਏ। ਇੱਕ ਹੋਰ ਸਾਡੇ ਕੋਲ ਸਿੱਖਿਆ ਮਿਲਦੀ ਹੈ, ਭੂਮੀਆ ਚੋਰ, ਤੁਸੀਂ ਨਾਮ ਸੁਣਿਆ ਹੋਏਗਾ। ਗੁਰੂ ਸਾਹਿਬ ਦੇ ਵੇਲੇ ਇੱਕ ਮਨੁੱਖ ਸੀਗਾ, ਉਹਦਾ ਨਾਮ ਸੀ ਭੂਮੀਆ, ਤੇ ਉਹਦਾ ਕਿੱਤਾ ਹੈ ਚੋਰੀ ਕਰਨਾ। ਜਦੋਂ ਗੁਰੂ ਸਾਹਿਬ ਬਾਰੇ ਪਤਾ ਲੱਗਿਆ, ਉਹ ਕਹਿੰਦਾ ਵੀ ਮੈਂ ਵੀ ਆਪਣਾ ਜੀਵਨ ਸੁਧਾਰ ਦੇਵਾਂ। ਉਹ ਗੁਰੂ ਸਾਹਿਬ ਕੋਲ ਹਾਜ਼ਰ ਹੋ ਗਿਆ। ਗੁਰੂ ਸਾਹਿਬ ਕਹਿੰਦੇ ਦੱਸ, ਤੇ ਉਹ ਕਹਿੰਦਾ ਜੀ ਮੈਂ ਤੁਹਾਡਾ ਚੇਲਾ ਬਣਨਾ ਹੈ, ਮੈਨੂੰ ਕੋਈ ਸਿੱਖਿਆ ਦਿਓ। ਗੁਰੂ ਸਾਹਿਬ ਨੇ ਪੁੱਛਿਆ ਵੀ ਕੀ ਕੰਮ ਕਰਦਾ ਹੈ, ਤੇ ਕਹਿੰਦਾ ਗੁਰੂ ਸਾਹਿਬ ਮੈਂ ਨਾ ਚੋਰੀ ਕਰਦਾ। ਗੁਰੂ ਸਾਹਿਬ ਕਹਿੰਦੇ ਵੀ ਇਹ ਤੇ ਮਾੜਾ ਕੰਮ ਹੈ, ਚੋਰੀ ਤਾਂ ਛੱਡ ਦੇ ਤਾਂ ਹੀ ਤੁਸੀਂ ਬਣ ਸਕਦਾ। ਤੇ ਕਹਿੰਦੇ ਬੜਾ ਸੋਚਿਆ ਤੇ ਕਹਿਣ ਲੱਗਾ ਗੁਰੂ ਸਾਹਿਬ ਮੇਰੇ ਕੋਲ ਤਾਂ ਸਕਿੱਲ ਆਈ ਹੈ, ਮੇਰਾ ਟੈਲੈਂਟ ਹੀ ਆਈ ਹੈ, ਮੈਂ ਚੋਰੀ ਕਿੱਦਾਂ ਛੱਡ ਦਾਂਗਾ ਤੇ ਮੇਰੇ ਬੱਚੇ ਭੁੱਖੇ ਮਰ ਜਾਣਗੇ। ਜਦ ਫਿਰ ਗੁਰੂ ਸਾਹਿਬ ਕਹਿੰਦੇ ਅੱਛਾ ਚੋਰੀ ਨਹੀਂ ਛੱਡ ਸਕਦਾ, ਨਾ ਛੱਡ, ਮੇਰੀਆਂ 3 ਸ਼ਰਤਾਂ ਮੰਨ ਲੈ, 3 ਕੰਮ ਕਰਨੇ ਨੇ। ਉਹ ਕਹਿੰਦਾ ਜੀ ਦੱਸੋ, ਜੇ ਮੈਂ ਜਿੰਨੀਆਂ ਕਹੋਗੇ ਮੈਂ ਮੰਨ ਲਾਂਗਾ, ਪਰ ਚੋਰੀ ਨਹੀਂ ਛੱਡਣੀ। ਗੁਰੂ ਸਾਹਿਬ ਨੇ 3 ਚੀਜ਼ਾਂ ਕਹੀਆਂ। ਪਹਿਲੀ, ਝੂਠ ਨਹੀਂ ਬੋਲਣਾ, ਸਿਰਾ ਸੱਚ ਬੋਲਣਾ ਹੈ। ਦੂਜਾ, ਨਮਕ ਹਰਾਮੀ ਨਹੀਂ ਕਰਨੀ, ਤੇ ਤੀਜੀ, ਗਰੀਬ ਮਾਰ ਨਹੀਂ ਕਰਨੀ। ਉਹ ਕਹਿੰਦਾ ਜੀ ਠੀਕ ਹੈ। ਉਹ ਖੁਸ਼ੀ ਖੁਸ਼ੀ ਚਲਾ ਗਿਆ ਘਰ, ਤੇ ਘਰ ਜਾ ਕੇ ਸੋਚਣ ਲੱਗਾ ਵੀ ਹੁਣ ਦੱਸੋ ਮੈਂ ਕਿੱਦਾਂ ਚੋਰੀ ਕਰਾਂ। ਪਰ ਉਸ ਵੇਲੇ ਰਾਜੇ ਮਹਾਰਾਜੇ ਦਾ ਸਮਾਂ ਸੀ, ਤੇ ਉਸ ਸਮੇਂ ਜਿਹੜੇ ਅਮੀਰ ਹੁੰਦੇ ਸਨ ਸਿਰਫ ਰਾਜੇ ਹੀ ਹੁੰਦੇ ਸੀ, ਬਾਕੀ ਪ੍ਰਜਾ ਤੇ ਗਰੀਬ ਹੀ ਹੁੰਦੇ ਸੀ। ਉਹਨੇ ਸੋਚਿਆ ਵੀ ਸਾਰੇ ਗਰੀਬ ਲੋਕ ਨੇ, ਮੈਂ ਇਹਨਾਂ ਦੀ ਚੋਰੀ ਕਿੱਦਾਂ ਕਰਾਂ। ਉਹਨੇ ਪਲਾਨ ਕੀਤਾ ਮੈਂ ਰਾਜੇ ਦੀ ਚੋਰੀ ਕਰਦਾ। ਫਿਰ ਉਹਨੇ ਸਾਰਾ ਆਪਣਾ ਰੈਕੀ ਕਰਕੇ ਸਾਰਾ ਸਿਸਟਮ ਬਣਾਇਆ, ਮੈਂ ਚੋਰੀ ਕਿੱਦਾਂ ਕਰਨੀ ਹੈ। ਉਹਨੇ ਬੜੀ ਸੋਹਣੀ ਜਿਹੀ ਪੋਸ਼ਾਕ ਬਣਾਈ, ਆਪਣੀ ਸ਼ੇਰਵਾਨੀ ਤਿਆਰ ਕੀਤੀ, ਆਪਣੀ ਪਗੜੀ ਤੇ ਉਹ ਸਾਰਾ ਕੁਝ ਤਿਆਰ ਕੀਤਾ, ਤੇ ਤਿਆਰ ਹੋ ਕੇ ਉਹ ਸ਼ਾਮੀ ਰਾਜੇ ਦੇ ਮਹਿਲ ਤੇ ਪਹੁੰਚ ਗਿਆ। ਦਰਬਾਰ ਨੂੰ ਪੁੱਛਿਆ ਦਰਬਾਰ ਨੇ ਕਿ ਬਈ ਦੱਸੋ ਤੁਸੀਂ ਕੌਣ ਹੋ। ਉਹਨੂੰ ਫਿਰ ਗੱਲ ਯਾਦ ਆਈ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਝੂਠ ਨਹੀਂ ਬੋਲਣਾ, ਸੱਚ ਬੋਲੋ। ਉਹਨੇ ਦਰਬਾਰ ਨੂੰ ਕਿਹਾ ਕਿ ਮੈਂ ਚੋਰ ਹਾਂ ਤੇ ਚੋਰੀ ਕਰਨ ਆਇਆ। ਦਰਬਾਰ ਕਹਿਣ ਲੱਗੇ, ਪਰੇਸ਼ਾਨ ਹੋਏ ਬੜੇ, ਬਈ ਕਹਿੰਦੇ ਵੀ ਚੋਰ ਕੌਣ ਕਹਿੰਦਾ ਕਿ ਮੈਂ ਚੋਰ ਹਾਂ, ਇਹ ਜ਼ਰੂਰ ਕੋਈ ਰਾਜੇ ਦਾ ਖਾਸ ਬੰਦਾ ਹੋਣਾ ਹੈ, ਤੇ ਸਾਨੂੰ ਜੇ ਸਜ਼ਾ ਦਵਾਏਗਾ ਤੇ ਆਪਾਂ ਨੂੰ ਜਾਣ ਦੇਈਏ। ਉਹਨੇ ਦਰਵਾਜ਼ੇ ਖੋਲ੍ਹਤੇ ਤੇ ਚੋਰ ਨੂੰ ਅੰਦਰ ਭੇਜਤਾ। ਭੂਮੀਆ ਅੰਦਰ ਚਲਾ ਗਿਆ, ਤੇ ਅੰਦਰ ਜਾ ਕੇ ਉਹਨੇ ਸੋਨੇ ਚਾਂਦੀ ਸਮਾਨ ਇਕੱਠਾ ਕਰਨਾ ਸ਼ੁਰੂ ਕਰਤਾ। ਕੰਮ ਚੋਰੀ ਕਰਦੇ ਕਰਦੇ ਸਮਾਂ ਹੋ ਗਿਆ, ਤੇ ਭੁੱਖ ਲੱਗੀ। ਉੱਥੇ ਦੇਖਿਆ ਥਾਲ 'ਚ ਕੁਝ ਪਿਆ ਸੀ, ਮੈਨੂੰ ਉੱਥੋਂ ਚੁੱਕ ਕੇ ਕੁਝ ਖਾ ਲਿਆ। ਖਾਣ ਤੋਂ ਬਾਅਦ ਉਹਨੂੰ ਅਹਿਸਾਸ ਹੋਇਆ ਵੀ ਇਹ ਤਾਂ ਨਮਕ ਹੈ। ਤੇ ਨਮਕ ਹੈ, ਤੇ ਗੁਰੂ ਸਾਹਿਬ ਨੇ ਕਿਹਾ ਸੀ ਨਮਕ ਹਰਾਮੀ ਨਹੀਂ ਕਰਨੀ। ਫਿਰ ਸਾਰਾ ਸਮਾਨ ਉੱਥੇ ਇਕੱਠਾ ਕੀਤਾ, ਪੋਲਟਰੀ ਰਤਲੀਆਂ ਬੰਨੀਆਂ ਉੱਥੇ ਛੱਡ ਕੇ ਤੇ ਵਾਪਸ ਚਲਾ ਗਿਆ। ਤੇ ਸਿਰੇ ਜਿਹੜਾ ਹੈ ਮੈਂ ਹਾਹਾਕਾਰ ਵੱਜ ਗਈ, ਸਮਾਨ ਇਕੱਠਾ ਹੋਇਆ, ਰਾਤੀ ਕੋਈ ਚੋਰੀ ਹੋਈ ਹੈ। ਰਾਜੇ ਨੇ ਹੁਕਮ ਕੀਤਾ, ਸਿਪਾਹੀਆਂ ਨੇ ਇੱਧਰੋਂ ਉੱਧਰੋਂ ਇੱਕ ਬੰਦਾ ਫੜ ਕੇ, ਗਰੀਬ ਬੰਦਾ ਅੱਗੇ ਖੜਾ ਕਰਤਾ। ਜੀ ਇਹਨੇ ਚੋਰੀ ਕੀਤੀ ਸੀ, ਉਹਨੇ ਆਪਣੀ ਜਾਨ ਬਚਾਈ। ਰਾਜੇ ਨੇ ਉਹਨੂੰ ਸਜ਼ਾਈ ਮੌਤ ਦੇ ਦਿੱਤੀ। ਤੇ ਜਦੋਂ ਉਹਨੂੰ ਬਾਹਰ ਲੈ ਕੇ ਚੁਰਾਹੇ ਤੇ ਸਜ਼ਾ ਦੇਣ ਲਈ, ਤੇ ਉੱਥੇ ਭੂਮੀਆ ਨੇ ਵੀ ਦੇਖਿਆ, ਕਹਿਣ ਲੱਗਿਆ ਤੇ ਗਲਤ ਕੰਮ ਹੋ ਰਹੀ ਹੈ, ਤੇ ਗਰੀਬ ਮਾਰ ਹੋ ਰਹੀ ਹੈ, ਗਰੀਬ ਬੰਦਾ ਝੂਠਾ ਫਸਾਇਆ ਗਿਆ। ਉਹ ਰਾਜੇ ਸਮੁਖ ਜਾ ਕੇ ਹੱਥ ਜੋੜ ਕੇ ਪੇਸ਼ ਹੋ ਗਿਆ ਕਿ ਮਹਾਰਾਜ ਚੋਰੀ ਇਹਨੇ ਨਹੀਂ ਕੀਤੀ, ਮੈਂ ਕਰਨ ਆਇਆ ਸੀਗਾ।
ਤੇ ਤੁਸੀਂ ਇਹਨੂੰ ਛੱਡ ਦਿਓ। ਦੇਖੋ ਕਿੰਨਾ ਬਦਲਾਵ ਗੁਰੂ ਸਾਹਿਬ ਦੇ ਬਚਨਾਂ ਤੇ ਮੰਨ ਕੇ। ਤੇ ਜਦੋਂ ਰਾਜੇ ਨੇ ਪੁੱਛਿਆ ਵੀ ਤੂੰ ਕਿਉਂ ਹੁਣ ਕਿਉਂ ਆ ਗਿਆ, ਕਹਿੰਦਾ ਜੀ ਮੈਂ ਗਰੀਬ ਮਾਰ ਹੋ ਰਹੀ ਸੀ ਤਾਂ ਬਚਾਉਣ ਆਇਆ। ਤੇ ਉਹਨੇ ਸਾਰੀ ਜਿਹੜੀ ਹੈ ਉਹ ਕਹਾਣੀ ਦੱਸਦੀ ਵੀ ਕਿੱਦਾਂ ਮੈਂ ਅੰਦਰ ਵੜਿਆ, ਸੱਚ ਬੋਲਿਆ, ਕਿੱਦਾਂ ਮੈਂ ਨਵਾਂ ਕਰਾਮੀ ਨਹੀਂ ਕੀਤੀ, ਕਿੱਦਾਂ ਮੈਂ। ਰਾਜਾ ਬੜਾ ਪ੍ਰਭਾਵਿਤ ਹੋਇਆ ਉਸ ਤੋਂ, ਤੇ ਉਹਨੂੰ ਬਖਸ਼ ਵੀ ਦਿੱਤਾ ਤੇ ਉਹਨੂੰ ਆਪਣੇ ਮਹਿਲ ਦੇ ਵਿਚਕਾਰ ਨੌਕਰੀ ਵੀ ਦੇ ਦਿੱਤੀ ਤੇ ਉਹਦਾ ਲਾਈਫ ਜਿਹੜੀ ਹੈ ਚੇਂਜ ਹੋ ਗਈ। ਗੁਰੂ ਸਾਹਿਬ ਸਾਡੇ ਅੰਗ ਸੰਗ ਨੇ, ਜੇ ਉਹਨਾਂ ਸਿੱਖਿਆਵਾਂ ਤੇ ਚੱਲਣਾ ਸ਼ੁਰੂ ਕਰ ਦਈਏ, ਮੰਨਣਾ ਸ਼ੁਰੂ ਕਰ ਦਈਏ, ਲਾਈਫ ਇੰਪਲੀਮੈਂਟੇਸ਼ਨ ਕਰੀਏ ਤੇ ਆਟੋਮੈਟਿਕਲੀ ਸਾਡੀ ਲਾਈਫ ਜਿਹੜੀ ਹੈ ਉਹ ਚੇਂਜ ਹੋ ਜਾਏਗੀ। ਤੇ ਹੁਣ ਚੰਗੇ ਬਣਨ ਦੇ ਗੁਣ ਕੀ ਨੇ, ਸਾਨੂੰ ਇਹ 'ਚੋਂ ਗੱਲ ਜਿਹੜੀ ਕਰਨੀ ਕਰੀਏ। ਜੋ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੀਆਂ ਕਮੀਆਂ ਜਿਹੜੀਆਂ ਉਹ ਸਾਨੂੰ ਗਿਣਨੀਆਂ ਪੈਣਗੀਆਂ, ਮੰਨਣੀਆਂ ਪੈਣਗੀਆਂ ਵੀ ਸਾਡੀਆਂ ਕਮੀਆਂ ਨੇ। ਇਹਦੇ ਰਾਤੀ ਸੌਣ ਵੇਲੇ ਆਪਾਂ ਨੇ ਕਾਪੀ ਪੈਨ ਲੈ ਕੇ ਬਹਿ ਜਾ ਕਰੀਏ ਤੇ ਆਪਾਂ ਐਨਾਲਾਈਜ਼ ਕਰਿਆ ਕਰੀਏ ਵੀ ਸਾਡੇ ਦਿਨ ਸਾਡੀਆਂ ਕਿਹੜੀਆਂ ਕਮੀਆਂ ਸਨ। ਜੇ ਅਸੀਂ ਲਿਖ ਲਈਏ ਜਾਂ ਆਪਾਂ ਲੱਭ ਲਈਏ ਵੀ ਸਮੀਆਂ ਸਾਡੇ ਇਹ ਸੀ, ਮੈਂ ਇੱਥੇ ਗਲਤੀ ਕੀਤੀ, ਅਸੀਂ ਉਹਨੂੰ ਇੰਪਰੂਵ ਕਰ ਸਕਦੇ ਹਾਂ, ਇੰਪਰੂਵ ਕਰਦੇ ਨੂੰ ਕੋਸ਼ਿਸ਼ ਕਰ ਸਕਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ ਸਾਂਝ ਕਰੀ ਜਾ ਗੁਣੇ ਕਿਹਦੀ, ਛੋੜ ਅਵਗੁਣ ਚੱਲੀਏ। ਤੇ ਆਪਾਂ ਗੁਣਾਂ ਦੀ ਸਾਂਝ ਕਰਨਾ ਸ਼ੁਰੂ ਕਰਦੀ, ਅਵਗੁਣ ਛੱਡਦੀ। ਹੁਣ ਮੈਂ ਬੋਲ ਰਿਹਾ, ਮੇਰੇ ਅੰਦਰ ਹੋ ਸਕਦਾ ਵੀ 90 ਅਵਗੁਣ ਹੋਣਗੇ ਤੇ 10 ਗੁਣ ਹੋਣ। ਜੇ ਤੁਸੀਂ ਮੇਰੇ 90 ਅਵਗੁਣ ਦੇਖਦੇ ਰਹੋਗੇ, ਉਹਨਾਂ ਐਨਾਲਿਸਿਸ ਕਰਦੇ ਰਹੋਗੇ, ਉਹਨਾਂ ਨੂੰ ਵਿਚਾਰਦੇ ਰਹੋਗੇ ਤੇ ਹੌਲੀ ਹੌਲੀ ਆਟੋਮੈਟਿਕਲੀ ਤੁਹਾਡੇ ਅੰਦਰ ਉਹ ਗੁਣ ਅਵਗੁਣ ਜਾਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਅਵਗੁਣ ਵੱਧ ਜਾਣਗੇ ਤੇ ਤੁਹਾਡਾ ਜੀਵਨ ਜਿਹੜਾ ਹੈ ਮਾੜਾ ਹੋਣਾ ਸ਼ੁਰੂ ਹੋ ਜਾਏਗਾ। ਪਰ ਜੇ ਮੇਰੇ ਤੁਸੀਂ 90 ਅਵਗੁਣ ਬਖਸ਼ ਕੇ ਸਿਰਫ ਮੇਰੇ 10 ਗੁਣਾਂ ਵੱਲ ਧਿਆਨ ਦਿਓਗੇ, ਉਹਨਾਂ ਨੂੰ ਵਿਚਾਰੋਗੇ, ਉਹਨਾਂ ਨੂੰ ਸੋਚੋਗੇ, ਉਹਨਾਂ ਬਾਰੇ ਗੱਲ ਕਰੋਗੇ ਤੇ 10 ਗੁਣ ਤੁਹਾਡੇ ਅੰਦਰ ਇੰਪਲਾਂਟ ਹੋਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਗੁਣ ਵੱਧ ਜਾਣਗੇ। ਤੁਸੀਂ ਚੰਗਾ ਮਨੁੱਖ ਜਿਹੜਾ ਹੈ ਉਹ ਬਣ ਜਾਓਗੇ। ਇਸ ਕਰਕੇ ਆਪਾਂ ਗੁਣਾਂ ਦੀ ਸਾਂਝ ਕਰੀਏ, ਅਵਗੁਣ ਛੱਡ ਦਈਏ, ਕਿਸੇ ਦੀਆਂ ਚੁਗਲੀਆਂ ਮਾੜੀਆਂ ਗੱਲਾਂ ਨਾ ਕਰਿਆ ਕਰੀਏ। ਇਹ ਕੁਦਰਤ ਦਾ ਜਿਹੜਾ ਹੈ ਇਹ ਨਿਯਮ ਹੈ। ਜੇ ਅਸੀਂ ਇਹਨੂੰ ਅਪਣਾਵਾਂਗੇ ਤੇ ਸਾਡੀ ਲਾਈਫ ਜਿਹੜੀ ਹੈ ਆਟੋਮੈਟਿਕਲੀ ਜਿਹੜੀ ਹੈ ਉਹ ਚੇਂਜ ਹੋ ਜਾਏਗੀ। ਹੁਣ ਅਸੀਂ ਦੇਖਦੇ ਹਾਂ, ਅਗਲੀ ਗੱਲ ਚੱਲੀਏ, ਬੜੀ ਥਾਵਾਂ ਤੇ ਜਿਹੜਾ ਬਿਊਟੀ ਪਾਰਲਰ ਖੁੱਲ੍ਹੇ ਹੋਏ ਨੇ ਜਿਹੜੇ ਕਿ ਸਾਨੂੰ ਕਹਿੰਦੇ ਵੀ ਇਸ ਮਨੁੱਖਾਂ ਨੂੰ ਖੂਬਸੂਰਤ ਬਣਾਵਾਂਗੇ, ਬਾਹਰੋਂ ਖੂਬਸੂਰਤ ਸਾਡੀ ਉਹ ਦਿਖਾਉਂਦੇ ਨੇ। ਪਰ ਬਿਊਟੀ ਪਾਰਲਰ ਅੱਜ ਦੇ ਨਹੀਂ ਖੁੱਲੇ। ਗੱਲ ਕਰਦਾ ਵੀ ਗੁਰੂ ਨਾਨਕ ਸਾਹਿਬ ਨੇ ਬਿਊਟੀ ਪਾਰਲਰ ਖੋਲ੍ਹਿਆ ਸੀਗਾ, ਪਰ ਗੁਰੂ ਨਾਨਕ ਦਾ ਬਿਊਟੀ ਪਾਰਲਰ ਬੜਾ ਔਖਾ ਸੀਗਾ। ਉਹ ਮਨੁੱਖ ਨੂੰ ਬਾਹਰੋਂ ਨਹੀਂ, ਮਨੁੱਖ ਨੂੰ ਅੰਦਰੋਂ ਜਿਹੜਾ ਹੈ ਸੋਹਣਾ ਬਣਾਉਂਦਾ ਸੀ, ਅੰਦਰੋਂ ਚੰਗਾ ਬਣਾਉਂਦਾ ਸੀ। ਉਹਦਾ ਜੀਵਨ ਦੇ ਅੰਦਰ ਪੂਰਨ ਰੂਪ ਜਿਹੜਾ ਹੈ ਉਹ ਬਦਲਾਅ ਕਰ ਦਿੰਦਾ ਸੀ। ਕਹਿੰਦੇ ਨੇ ਗੁਰੂ ਸਾਹਿਬ, ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੁੱਖ ਸੁਦਾ ਕਾਲੀਆਂ ਬਾਹਰੋਂ ਚਿੱਟ ਬੜੀਆਂ। ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕਿ ਬਾਹਰੋਂ ਚਿੱਟੇ ਬਣ ਜਾਈਏ, ਪਰ ਅੰਦਰੋਂ ਸਾਡੇ ਕੰਮ ਜਿਹੜੇ ਸਾਰੇ ਕਾਲੇ ਹੁੰਦੇ ਨੇ। ਮਨੁੱਖ ਸੁਦਾ ਕਾਲੀਆਂ, ਮਨੋਂ ਕਰਕੇ ਆਪਾਂ ਕਾਲੀਆਂ, ਮਨਾਂ ਮੂੰਹ ਜਿਹੜੀ ਹੈ ਮੈਲ ਸਾਡੇ ਚੜੀ ਪਈ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਆਪਾਂ ਅੰਦਰੋਂ ਜਿਹੜਾ ਹੈ ਸੋਹਣੇ ਬਣੀਏ। ਗੁਰੂ ਸਾਹਿਬ ਦੀ ਬਾਣੀ ਸੁਣ ਕੇ ਬੜੇ ਸਾਰੇ ਬੰਦੇ ਜਿਹੜੇ ਨੇ ਉਹ ਆਪਣਾ ਜੀਵਨ ਬਦਲ ਗਏ। ਸੱਜਣ ਠੱਗ ਦੀ ਗੱਲ ਕਰ ਲਓ, ਇੱਕ ਸ਼ਬਦ ਸੁਣ ਗਿਆ ਗੁਰੂ ਸਾਹਿਬ ਦਾ, ਉਜਲ ਕਿਹਾ ਚਿਲਕਣਾ, ਉਹਦਾ ਜੀਵਨ ਠੱਗ ਤੋਂ ਸੱਜਣ ਬਣ ਗਿਆ। ਕੋਡਾ ਰਾਖਸ਼ ਜਿਹਨੂੰ ਲੋਕੀ ਕੋਡਾ ਕਰਕੇ ਰਾਖਸ਼ ਕਰਕੇ ਜਾਣਦੇ ਸਨ, ਉਹ ਜਦੋਂ ਗੁਰੂ ਸਾਹਿਬ ਦਾ ਸ਼ਬਦ ਸੁਣਿਆ ਤੇ ਸਾਰੀ ਉਮਰ ਉਹਨੇ ਜ਼ਿੰਦਗੀ ਰਾਖਸ਼ ਨੇ ਸੇਵਾ ਵਿੱਚ ਬਤੀਤ ਕਰਕੇ ਜੀਵਨ ਸਫਲ ਕਰ ਲਈ। ਭੂਮੀਆਂ ਚੋੜ ਦੀ ਗੱਲ ਆਪਾਂ ਕਰ ਲਈ ਹੈ, ਨੂਰਾ ਜਾਦੂਗਰਨੀ, ਹੋਰ ਅਨੇਕਾਂ ਕਿੰਨੇ ਹੀ ਨਾਮ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਧਾਰਿਆ। ਤੇ ਸੋ ਬੱਚਿਓ, ਜਿਹੜੀ ਗੱਲ ਜਿਹੜੀ ਹੈਗੀ ਹੈ ਕਿ ਇੰਪਲੀਮੈਂਟੇਸ਼ਨ ਦੀ ਹੈ। ਇਹਨਾਂ ਜਿਨ੍ਹਾਂ ਦੇ ਮੈਂ ਨਾਂ ਲਈ, ਇਹਨਾਂ ਨੇ ਤਾਂ ਇੱਕ ਸ਼ਬਦ ਸੁਣ ਕੇ ਜੀਵਨ 'ਚ ਇੰਪਲੀਮੈਂਟ ਕਰ ਲਿਆ ਤੇ ਆਪਣੇ ਜੀਵਨ ਦਾ ਉਦਾਰ ਕਰ ਲਿਆ। ਅਸੀਂ ਰੋਜ਼ ਸੈਂਕੜੇ ਸ਼ਬਦ ਸੁਣਦੇ ਹਾਂ, ਹਰ ਟੀਵੀ ਚੈਨਲ ਤੇ ਚੱਲ ਰਹੇ ਨੇ, ਸਵੇਰੇ ਸ਼ਾਮ ਸ਼ਬਦ ਕੀਰਤਨ ਹੋ ਰਿਹਾ ਹੈ, ਗੁਰਦੁਆਰਾ ਸਾਹਿਬ 'ਚ ਹੋ ਰਿਹਾ ਹੈ, ਅਸੀਂ ਵੀ ਪਾਠ ਕਰਦੇ ਹਾਂ। ਆਪਾਂ ਸੁਣ ਤੇ ਰਹੇ ਹਾਂ ਪਰ ਉਹਨੂੰ ਮੰਨ ਨਹੀਂ ਰਹੇ, ਇੰਪਲੀਮੈਂਟ ਨਹੀਂ ਕਰ ਰਹੇ। ਜਿਹੜੀ ਮੇਜਰ ਲੋੜ ਹੈ, ਜਿਹੜੇ ਕੰਮ ਦੀ ਲੋੜ ਹੈ, ਇੰਪਲੀਮੈਂਟੇਸ਼ਨ ਦੀ। ਆਪਾਂ ਇੱਕ ਸ਼ਬਦ ਸੁਣ ਕੇ ਉਹਨੂੰ ਲਾਈਫ 'ਚ ਇੰਪਲੀਮੈਂਟ ਕਰੀਏ ਤਾਂ ਕਿ ਸਾਡੀ ਲਾਈਫ ਦੇ ਵਿਚਕਾਰ ਚੇਂਜਿਸ ਆ ਜਾਣ। ਤੇ ਜੇ ਅਸੀਂ ਇਹ ਨਹੀਂ ਕੀਤੀਆਂ ਇੰਪਲੀਮੈਂਟੇਸ਼ਨ, ਸਾਡੀ ਲਾਈਫ 'ਚ ਚੇਂਜਿਸ ਨਹੀਂ ਆਉਣੀਆਂ, ਫਿਰ ਸਾਖੀਆਂ ਸੁਣਨ ਦਾ ਉਹ ਲਾਭ ਨਹੀਂ ਜਿਹੜਾ ਹੋਣਾ। ਸੋ ਆਪਾਂ ਇੰਪਲੀਮੈਂਟੇਸ਼ਨ ਤੇ ਆਈਏ ਤੇ ਆਪਣਾ ਜੀਵਨ ਜਿਹੜਾ ਹੈ ਬਦਲ ਸਕੀਏ। ਕਿਸੇ ਨੇ ਬੜਾ ਖੂਬ ਕਿਹਾ ਹੈ ਕਿ ਅਸਮਾਨ ਦੇ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਗੁਰੂ ਨਾਨਕ ਸਾਹਿਬ ਨੇ ਕਿੰਨੇ ਤਾਰੇ ਇਹ ਨਹੀਂ ਗਿਣੇ ਜਾ ਸਕਦੇ। ਆਪਾਂ ਕੋਸ਼ਿਸ਼ ਕਰੀਏ ਕਿ ਇੱਕ ਤਾਰਾ ਵਿਚਕਾਰ ਅਸੀਂ ਆਪਣੇ ਨਾਲ ਦਾ ਹੋਰ ਜੋੜ ਲਈਏ ਕਿ ਉਹਨਾਂ ਦੀ ਸਿੱਖਿਆ ਨੂੰ ਮੰਨ ਕੇ ਆਪਾਂ ਆਪਣਾ ਜੀਵਨ ਜਿਹੜਾ ਸਫਲ ਕਰ ਦਈਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।